ਈਸਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਅਤੇ ਭਗਵਤ ਗੀਤਾ ਦੀ ਇੱਕ ਕਾਪੀ ਭੇਜੀ ਸਪੇਸ। PSLV ਰਾਕੇਟ ਨੂੰ ਸਫਲਤਾਪੂਰਵਕ ਕੀਤਾ ਲਾਂਚ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਕਰੋਨਾ ਰਿਪੋਰਟ ਨੂੰ ਲੈ ਕੇ ਉੱਠੇ ਸਵਾਲ। 24 ਘੰਟਿਆਂ 'ਚ 3 ਟੈਸਟ, ਕਦੀ ਪੋਜ਼ਿਟਿਵ ਤੇ ਕਦੀ ਨੈਗੇਟਿਵ। ਮੇਰਠ ਦੀ ਮਹਾਪੰਚਾਇਤ 'ਚ ਬੀਜੇਪੀ ਤੇ ਗਰਜੇ ਭਗਵੰਤ ਮਾਨ, ਤਾੜੀਆਂ ਨਾਲ ਗੂੰਜ ਉੱਠਿਆ ਪੰਡਾਲ। ਅਤੇ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਵਿਸਫੋਟਕ ਗੱਡੀ ਦਾ ਹੋਇਆ ਖੁਲਾਸਾ। ਜੈਸ਼-ਉਲ ਹਿੰਦ ਸੰਗਠਨ ਨੇ ਲਈ ਜ਼ਿੰਮੇਵਾਰੀ। ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਰਚਨਾ। ਬੁਲੇਟਿਨ ਦੀ ਸ਼ੁਰੂਆਤ ਇਸ ਖਬਰ ਦੇ ਨਾਲ। ਪੰਜਾਬ 'ਚ ਮੁੜ ਤੋਂ ਕਰੋਨਾ ਕੇਸ ਵਧਣੇ ਸ਼ੁਰੂ ਹੋ ਗਏ ਨੇ। ਉੱਥੇ ਹੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਕਰੋਨਾ ਰਿਪੋਰਟ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਨੇ। ਮੰਤਰੀ ਸੁਖਜਿੰਦਰ ਰੰਧਾਵਾ ਦੀ ਕਰੋਨਾ ਰਿਪੋਰਟ ਕਦੀ ਨੈਗੇਟਿਵ ਤੇ ਕਦੀ ਪੋਜ਼ਿਟਿਵ ਆ ਰਹੀ ਹੈ। ਦਰਅਸਲ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ ਤੇ ਉਹਨਾਂ ਨੇ ਖੁਦ ਨੂੰ ਕੁਆਰੰਟਾਈਨ ਕੀਤਾ ਸੀ। ਤੇ ਜਦੋਂ ਰੰਧਾਵਾ ਨੇ ਪੰਜਾਬ ਦੇ ਸਿਹਤ ਵਿਭਾਗ ਤੋਂ ਟੈਸਟ ਕਰਵਾਇਆ ਤਾਂ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਤੇ ਫਿਰ ਜਦੋਂ ਉਹਨਾਂ ਨੇ ਨਿੱਜੀ ਲੈਬ ਤੋਂ ਟੈਸਟ ਕਰਵਾਇਆ ਤਾਂ ਕਰੋਨਾ ਰਿਪੋਰਟ ਨੈਗੇਟਿਵ ਆਈ, ਜਿਸ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਦੀਆਂ ਇਹਨਾਂ ਰਿਪੋਰਟਾਂ ਤੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਇੱਕ ਜਿਹੇ ਨਤੀਜੇ ਕਿਉਂ ਨਹੀਂ ਆ ਰਹੇ। ਪੰਜਾਬ ਦੇ ਵਿੱਚ ਕਰੋਨਾ ਦੀ ਟੈਸਟ ਰਿਪੋਰਟ ਨੂੰ ਲੈ ਕੇ ਇੱਕ ਵਾਰ ਫਿਰ ਵੱਡੇ ਸਵਾਲ ਖੜੇ ਹੋ ਗਏ ਨੇ। ਮੰਤਰੀ ਸੁਖਜਿੰਦਰ ਰੰਧਾਵਾ ਦੀ ਰਿਪੋਰਟ ਕਦੇ ਪੋਜ਼ਿਟਿਵ ਅਤੇ ਕਦੀ ਨੈਗੇਟਿਵ ਆ ਰਹੀ ਹੈ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਖੜੇ ਹੋ ਗਏ ਨੇ। ਦਰਅਸਲ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਪਹਿਲਾਂ ਵੀ ਕਰੋਨਾ ਹੋ ਚੁੱਕਿਆ, ਜਿਸ ਦੇ ਬਾਅਦ ਉਹਨਾਂ ਨੇ ਖੁਦ ਨੂੰ ਕੁਆਰੰਟਾਈਨ ਵੀ ਕੀਤਾ ਸੀ ਤੇ ਹੁਣ ਦੁਬਾਰਾ ਉਹਨਾਂ ਨੇ ਜੋ ਪੰਜਾਬ ਸਿਹਤ ਵਿਭਾਗ ਦੇ ਵਿੱਚ ਆਪਣਾ ਟੈਸਟ ਕਰਾਇਆ ਤਾਂ ਉਸ ਦੀ ਰਿਪੋਰਟ ਪੋਜ਼ਿਟਿਵ ਆਈ ਸੀ। ਉਸ ਦੇ ਬਾਅਦ ਤੋਂ ਉਹਨਾਂ ਨੇ ਲਗਾਤਾਰ 2 ਹੋਰ ਟੈਸਟ ਕਰਵਾਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਤਸਵੀਰਾਂ 'ਚ ਰੰਧਾਵਾ ਦੀ ਇਹ ਪਹਿਲੀ ਰਿਪੋਰਟ ਹੈ ਜੋ ਉਹਨਾਂ ਨੇ ਸਿਹਤ ਵਿਭਾਗ ਦੇ ਵਿੱਚ ਟੈਸਟ ਕਰਾਇਆ। ਕੁਝ ਦਿਨ ਪਹਿਲਾਂ ਹੀ ਤਾਂ ਉਸ ਦੀ ਰਿਪੋਰਟ ਪੋਜ਼ਿਟਿਵ ਆਈ, ਜਿਸ ਦੇ ਬਾਅਦ ਕੱਲ ਉਹਨਾਂ ਨੇ ਇੱਕ ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਤੇ ਤੀਜਾ ਟੈਸਟ PGI ਚੰਡੀਗੜ੍ਹ ਤੋਂ ਕਰਵਾਇਆ, ਜਿਸ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਜਿਸ ਦੇ ਬਾਅਦ ਹੁਣ ਸੁਖਜਿੰਦਰ ਰੰਧਾਵਾ ਦੀਆਂ ਇਹਨਾਂ ਰਿਪੋਰਟਾਂ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਇੱਕ ਜਿਹੇ ਨਤੀਜੇ ਰਿਪੋਰਟਾਂ ਦੇ ਵਿੱਚ ਕਿਉਂ ਨਹੀਂ ਆ ਰਹੇ। ਕਰੋਨਾ ਕਾਲ ਦੀ ਸ਼ੁਰੂਆਤ ਦੇ ਵਿੱਚ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ ਤੇ ਹੁਣ ਜਦੋਂ ਦੁਬਾਰਾ ਕਰੋਨਾ ਰਫ਼ਤਾਰ ਫੜ ਰਿਹਾ ਤਾਂ ਉਦੋਂ ਪੰਜਾਬ ਦੇ ਮੰਤਰੀ ਨੇ ਸੁਖਜਿੰਦਰ ਰੰਧਾਵਾ ਉਹਨਾਂ ਦੀ ਰਿਪੋਰਟ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ, ਜੋ ਕਦੇ ਪੋਜ਼ਿਟਿਵ ਅਤੇ ਕਦੇ ਨੈਗੇਟਿਵ ਆ ਰਹੀ ਹੈ, ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਕਰੋਨਾ ਟੈਸਟਿੰਗ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਆਖਿਰਕਾਰ ਰਿਪੋਰਟ ਦੇ ਨਤੀਜੇ ਇੱਕੋ ਜਿਹੇ ਕਿਉਂ ਨਹੀਂ ਆਉਂਦੇ। ਈਸਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਅਤੇ ਭਗਵਤ ਗੀਤਾ ਦੀ ਇੱਕ ਕਾਪੀ ਸਪੇਸ ਵਿੱਚ ਭੇਜੀ ਹੈ। ਜੀ ਹਾਂ, ਭਾਰਤ ਨੇ ਅੱਜ ਸਵੇਰੇ PSLV ਰਾਕੇਟ ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਹੈ। ਈਸਰੋ ਨੇ ਇਸ ਸਾਲ ਦਾ ਪਹਿਲਾ ਸਪੇਸ ਮਿਸ਼ਨ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸ਼ੁਰੂ ਕੀਤਾ ਹੈ। ਧਰੁਵੀ ਸੈਟੇਲਾਈਟ ਲਾਂਚ ਵਾਹਨ PSLV ਵੱਲੋਂ 19 ਸੈਟੇਲਾਈਟ ਸਵੇਰੇ 10:24 ਤੇ ਸਪੇਸ 'ਚ ਰਵਾਨਾ ਹੋ ਗਏ ਨੇ। ਈਸਰੋ ਨੇ ਅੱਜ ਇੱਕ ਨਵਾਂ ਕੀਰਤੀਮਾਨ ਆਪਣੇ ਨਾਮ ਕੀਤਾ। ਈਸਰੋ ਨੇ ਅੱਜ ਸ਼੍ਰੀ ਹਰੀਕੋਟਾ ਸਪੇਸ ਸੈਂਟਰ ਤੋਂ ਇਸ ਸਾਲ ਦਾ ਪਹਿਲਾ ਰਾਕੇਟ ਲਾਂਚ ਕੀਤਾ ਹੈ। ਇਸ ਰਾਕੇਟ ਨੂੰ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ। 10:24 ਦੇ ਉੱਪਰ ਇਸ ਨੂੰ ਲਾਂਚ ਕੀਤਾ ਗਿਆ ਹੈ। ਇਸ ਮਿਸ਼ਨ ਦੇ ਵਿੱਚ ਬ੍ਰਾਜ਼ੀਲ ਦੇ ਇੱਕ ਮੁੱਖ ਸੈਟੇਲਾਈਟ ਐਮਾਜ਼ੋਨੀਆ 1 ਦੇ ਇਲਾਵਾ 18 ਹੋਰ ਸੈਟੇਲਾਈਟ ਪੁਲਾੜ ਦੇ ਵਿੱਚ ਭੇਜੇ ਗਏ ਨੇ। ਇਸ ਰਾਕੇਟ ਦੇ ਪੈਨਲ ਦੇ ਉੱਪਰ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਵੀ ਉਕੇਰੀ ਗਈ ਹੈ, ਜਦਕਿ SKI SD ਕਾਰਡ ਦੇ ਵਿੱਚ ਭਗਵਤ ਗੀਤਾ ਨੂੰ ਵੀ ਭੇਜਿਆ ਗਿਆ ਹੈ। 637 ਕਿਲੋਗ੍ਰਾਮ ਵਜ਼ਨੀ ਐਮਾਜ਼ੋਨੀਆ 1 ਬ੍ਰਾਜ਼ੀਲ ਦਾ ਪਹਿਲਾ ਉਪਗ੍ਰਹਿ ਹੈ, ਜਿਸ ਨੂੰ ਭਾਰਤ ਤੋਂ ਲਾਂਚ ਕੀਤਾ ਗਿਆ ਹੈ। ਈਸਰੋ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਉਪਗ੍ਰਹਿ ਅਮੇਜ਼ਨ ਖੇਤਰ ਦੇ ਵਿੱਚ ਜੰਗਲਾਂ ਦੀ ਕਟਾਈ ਦੀ ਨਿਗਰਾਨੀ ਸੰਬੰਧੀ ਮਹੱਤਵਪੂਰਨ ਅੰਕੜੇ ਜੁਟਾਏਗਾ। ਈਸਰੋ ਦੇ ਵੱਲੋਂ ਜਦੋਂ ਐਮਾਜ਼ੋਨੀਆ 1 ਨੂੰ ਲਾਂਚ ਕੀਤਾ ਗਿਆ ਤਾਂ ਉਸ ਦੀਆਂ ਇਹ ਲਾਈਵ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ, ਜਿਸ ਦੇ ਨਾਲ ਹੀ ਇੱਕ ਨਵਾਂ ਕੀਰਤੀਮਾਨ ਅੱਜ ਦੇਸ਼ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ। ਤੇ ਇਸ ਸਾਲ ਦਾ ਪਹਿਲਾ ਰਾਕੇਟ ਈਸਰੋ ਦੇ ਵੱਲੋਂ ਅੱਜ ਲਾਂਚ ਕੀਤਾ ਗਿਆ। ਇਸ ਪ੍ਰਮੁੱਖ ਐਮਾਜ਼ਨ 1 ਦੇ ਨਾਲ-ਨਾਲ 18 ਹੋਰ ਸੈਟੇਲਾਈਟ ਵੀ ਪੁਲਾੜ ਦੇ ਵਿੱਚ ਭੇਜੇ ਗਏ ਨੇ। ਦੇਸ਼ ਦੇ ਵੱਡੇ ਬਿਜ਼ਨਸਮੈਨ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਵਿਸਫੋਟਕ ਗੱਡੀ ਦੇ ਮਾਮਲੇ 'ਚ ਖੁਲਾਸਾ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਸਫੋਟਕ ਗੱਡੀ ਦੀ ਸਾਰੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਉਲ ਹਿੰਦ ਨੇ ਲਈ ਹੈ। ਦੱਸ ਦਈਏ ਕਿ ਇਜ਼ਰਾਈਲ ਐਮਬੈਸੀ ਦੇ ਬਾਹਰ ਹੋਏ ਧਮਾਕੇ ਦੀ ਜ਼ਿੰਮੇਵਾਰੀ ਵੀ ਇਸੇ ਸੰਗਠਨ ਨੇ ਲਈ ਸੀ।
ਦੇਸ਼ ਦੇ ਵੱਡੇ ਬਿਜ਼ਨਸਮੈਨਸ ਦੇ ਵਿੱਚੋਂ ਇੱਕ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਹਾਲ ਹੀ 'ਚ ਮਿਲੀ ਵਿਸਫੋਟਕ ਸਮੱਗਰੀ ਨਾਲ ਭਰੀ ਸਕਾਰਪੀਓ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਇਸ ਮਾਮਲੇ 'ਚ ਇੱਕ ਨਵਾਂ ਐਂਗਲ ਆ ਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਅਤਵਾਦੀ ਸੰਗਠਨ ਜੈਸ਼-ਉਲ-ਹਿੰਦ ਨੇ ਅੰਬਾਨੀ ਦੇ ਘਰ ਦੇ ਬਾਹਰ ਵਿਸਫੋਟਕ ਨਾਲ ਭਰੀ ਗੱਡੀ ਖੜੀ ਕਰਨ ਦੀ ਜ਼ਿੰਮੇਵਾਰੀ ਲੈ ਲਈ ਹੈ। ਸੰਗਠਨ ਨੇ ਟੈਲੀਗ੍ਰਾਫ ਐਪ ਦੇ ਜ਼ਰੀਏ ਇਸ ਦੀ ਜ਼ਿੰਮੇਵਾਰੀ ਲਈ ਹੈ। ਦੱਸਦੀ ਕਿ ਕੁਝ ਦਿਨ ਪਹਿਲਾਂ ਇਸੇ ਸੰਗਠਨ ਨੇ ਇਜ਼ਰਾਈਲ ਅੰਬੈਸੀ ਦੇ ਬਾਹਰ ਹੋਏ ਧਮਾਕੇ ਦੀ ਜ਼ਿੰਮੇਵਾਰੀ ਵੀ ਲਈ ਸੀ। ਇਸ ਸੰਗਠਨ ਦੇ ਵੱਲੋਂ ਬਿਟਕੋਇਨ ਨਾਲ ਪੈਸੇ ਦੀ ਮੰਗ ਕੀਤੀ ਗਈ ਸੀ। ਦੱਸਦੀ ਕਿ 25 ਫਰਵਰੀ ਨੂੰ ਮੁਕੇਸ਼ ਅੰਬਾਨੀ ਦੇ ਰਿਹਾਇਸ਼ ਐਂਟੀਲੀਆ ਦੇ ਬਾਹਰ ਇੱਕ ਸ਼ੱਕੀ ਕਾਰ ਮਿਲੀ ਸੀ, ਜਿਸ ਦੇ ਵਿੱਚੋਂ 20 ਜਿਲੇਟਿਨ ਦੀਆਂ ਛੜਾਂ ਬਰਾਮਦ ਹੋਈਆਂ ਨੇ ਤੇ ਇਸੇ ਗੱਡੀ ਦੇ ਵਿੱਚੋਂ ਇੱਕ ਖੱਤ ਵੀ ਬਰਾਮਦ ਹੋਇਆ ਸੀ, ਜਿਸ ਦੇ ਵਿੱਚ ਲਿਖਿਆ ਗਿਆ ਸੀ ਇਹ ਤਾਂ ਸਿਰਫ ਟ੍ਰੇਲਰ ਹੈ। ਦੱਸਦੀ ਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਦੇ ਆਧਾਰ ਦੇ ਉੱਪਰ ਖਾਸ ਕਰਕੇ ਜਾਂਚ ਕੀਤੀ ਜਾ ਰਹੀ ਹੈ, ਜਿਸ 'ਚ ਦੇਖਿਆ ਗਿਆ ਕਿ ਇੱਕ ਸ਼ਖਸ ਐਸਯੂਵੀ ਨੂੰ ਐਂਟੀਲੀਆ ਦੇ ਘਰ ਦੇ ਬਾਹਰ ਪਾਰਕ ਕਰਕੇ ਚਲਾ ਗਿਆ ਸੀ। ਇਸ ਦੇ ਬਾਅਦ ਤੋਂ ਮੁੰਬਈ ਪੁਲਿਸ ਲਗਾਤਾਰ ਜਾਂਚ ਦੇ ਵਿੱਚ ਜੁਟੀ ਹੋਈ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਗ੍ਰਹਿ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਅਤਵਾਦੀ ਸੰਗਠਨ ਜਿਸ ਨੇ ਜ਼ਿੰਮੇਵਾਰੀ ਲਈ ਹੈ ਉਹ ਚਰਚਾ ਦੇ ਵਿੱਚ ਵੀ ਆਉਣ ਦੇ ਵਾਸਤੇ ਅਜਿਹਾ ਕਰ ਸਕਦਾ ਹੈ, ਕਿਉਂਕਿ ਹੁਣ ਤੱਕ ਦੀ ਜਾਂਚ ਦੇ ਵਿੱਚ ਉਸ ਦਾ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਤੇ ਹੋ ਸਕਦਾ ਹੈ ਕਿ ਮਹਿਜ਼ ਮਸ਼ਹੂਰੀ ਦੇ ਵਾਸਤੇ ਇਸ ਦੀ ਜ਼ਿੰਮੇਵਾਰੀ ਲਈ ਜਾ ਰਹੀ ਹੋਵੇ। ਫਿਲਹਾਲ ਇਸ ਪੂਰੇ ਮਾਮਲੇ ਵਿੱਚ ਜੋ ਮੁਲਜ਼ਮ ਨੇ ਉਹਨਾਂ ਦੀ ਭਾਲ ਮੁੰਬਈ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤੇ ਦੱਸਿਆ ਵੀ ਜਾ ਰਿਹਾ ਹੈ ਕਿ ਪੁਲਿਸ ਨੂੰ ਸਾਜ਼ਿਸ਼ ਦੇ ਵਿੱਚ ਇਸਤੇਮਾਲ ਕੀਤੇ ਜਾਣ ਵਾਲੀ ਇਨੋਵਾ ਗੱਡੀ ਦੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਟੋਲ ਨਾਕੇ ਦੇ ਜ਼ਰੀਏ ਮੁਲਜ਼ਮ ਸ਼ਾਇਦ ਮੁੰਬਈ ਤੋਂ ਬਾਹਰ ਵੀ ਜਾ ਚੁੱਕੇ ਨੇ। ਫਿਲਹਾਲ ਸਾਰੇ ਸੁਰਾਗ ਖੰਗਾਲਣ ਦੀ ਵਿੱਚ ਜੁਟੀ ਹੋਈ ਹੈ ਮੁੰਬਈ ਪੁਲਿਸ ਤੇ ਇਸ ਪੂਰੇ ਮਸਲੇ ਦੇ ਵਿੱਚ ਜਾਂਚ ਲਗਾਤਾਰ ਜਾਰੀ ਹੈ। ਲਾਲ ਕਿਲੇ ਦੀ ਹਿੰਸਾ ਤੋਂ ਬਾਅਦ ਗ੍ਰਿਫਤਾਰ ਦੀਪ ਸਿੱਧੂ ਨੇ ਕੋਰਟ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ, ਜਿਸ ਦੌਰਾਨ ਦੀਪ ਸਿੱਧੂ ਨੇ ਪੁਲਿਸ ਨੂੰ ਦੱਸਿਆ ਕਿ ਉਹ 26 ਜਨਵਰੀ ਵਾਲੇ ਦਿਨ ਭੀੜ ਨੂੰ ਕੰਟਰੋਲ ਕਰਨ ਲਈ ਦਿੱਲੀ ਪੁਲਿਸ ਦੀ ਮਦਦ ਕਰ ਰਿਹਾ ਸੀ। ਸਿੱਧੂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸੀ ਨੇਤਾ ਰਵਨੀਤ ਬਿੱਟੂ ਭੜਕ ਉੱਠੇ ਤੇ ਉਹਨਾਂ ਨੇ ਕਿਹਾ ਦਿੱਲੀ ਪੁਲਿਸ ਦੀ ਮਦਦ ਕਰਨ ਦੀ ਕੀ ਲੋੜ ਸੀ, ਦਿੱਲੀ ਪੁਲਿਸ ਤਾਂ ਕਿਸਾਨਾਂ ਤੇ ਲਾਠੀ ਚਾਰਜ ਕਰ ਰਹੀ ਸੀ। ਇਸ ਲਈ ਸ਼ੇਰਾਂ ਵਾਂਗੂ ਸਵੀਕਾਰ ਕਰੋ ਕਿ ਅਸੀਂ ਕਿਸਾਨਾਂ ਲਈ ਦਿੱਲੀ ਆਏ ਸੀ। ਤੁਹਾਨੂੰ ਕਿਹਨੇ ਕਿਹਾ ਸੀ ਪੁਲਿਸ ਦੀ ਮਦਦ ਕਰਨੀ ਜੀ? ਪੁਲਿਸ ਤਾਂ ਲੋਕਾਂ ਨੂੰ ਉਦੋਂ ਕੁੱਟ ਰਹੀ ਸੀ, ਮਾਰ ਰਹੀ ਸੀ, ਆਪਾਂ ਪੁਲਿਸ ਤੋਂ ਮਦਦ ਕਰਕੇ ਕੀ ਲੈਣਾ ਸੀ? ਸ਼ੇਰਾਂ ਵਾਂਗੂ ਸਵੀਕਾਰ ਕਰੋ ਵੀ ਠੋਕ ਕੇ ਅਸੀਂ ਭਾਈ ਬੈਠੇ ਸੀ ਕਿਸਾਨਾਂ ਦੇ ਲਈ ਅਸੀਂ ਦਿੱਲੀ ਆਏ ਆ। ਦਿੱਲੀ 'ਚ ਅਸੀਂ ਜਿਹੜਾ ਉਹ ਝੰਡਾ ਖਾਲਸੇ ਦਾ ਲਹਿਰਾਇਆ। ਕੀ ਦੀਪ ਸਿੱਧੂ ਨੇ ਮਾਰਿਆ ਯੂ-ਟਰਨ? ਕਿਉਂ ਐਮਪੀ ਬਿੱਟੂ ਦੇ ਰਹੇ ਸਿੱਧੂ ਨੂੰ ਸ਼ੇਰ ਬਣਨ ਦੀ ਸਲਾਹ? ਕੀ ਜੇਲ੍ਹ 'ਚ ਬੰਦ ਸਿੱਧੂ ਲੜਾ ਰਿਹਾ ਹੈ ਕੋਈ ਨਵੀਂ ਸਕੀਮ? ਝੂਲ ਦੇ ਨਿਸ਼ਾਨ ਰਹਿਣ ਮਹਾਰਾਜ, ਝੂਲ ਦੇ ਨਿਸ਼ਾਨ ਰਹਿਣ ਮੰਤਰ ਮਹਾਰਾਜ ਕੇ। ਇਹ ਸਾਰੇ ਸਵਾਲ ਦੀਪ ਸਿੱਧੂ ਦੇ ਵੱਲੋਂ ਅਦਾਲਤ ਵਿੱਚ ਲਗਾਈ ਇੱਕ ਅਰਜ਼ੀ ਦੇ ਬਾਅਦ ਖੜੇ ਹੋ ਰਹੇ ਨੇ, ਜਿਹਦੇ 'ਚ ਸਿੱਧੂ ਨੇ ਮਸਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, ਪਰ ਨਾਲ ਹੀ ਇਹ ਵੀ ਕਿਹਾ ਕਿ 26 ਜਨਵਰੀ ਵਾਲੇ ਦਿਨ ਉਹ ਲਾਲ ਕਿਲੇ ਤੇ ਦਿੱਲੀ ਪੁਲਿਸ ਦੀ ਮਦਦ ਕਰ ਰਿਹਾ ਸੀ ਤਾਂ ਜੋ ਭੀੜ ਨੂੰ ਕੰਟਰੋਲ ਕੀਤਾ ਜਾ ਸਕੇ। ਇੱਥੇ ਨਹੀਂ, ਇੱਕ ਰਾਤ ਪਹਿਲਾਂ ਤੱਕ ਵਹਾਅ 'ਚ ਵਹਿਣ ਦੀਆਂ ਗੱਲਾਂ ਕਰਨ ਵਾਲੇ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਉਸ ਦਿਨ ਟਰੈਕਟਰ ਪਰੇਡ 'ਚ ਸ਼ਾਮਿਲ ਨਹੀਂ ਸੀ ਤੇ 12 ਵਜੇ ਤਾਂ ਉਹ ਮੂਰਥਲ 'ਚ ਆਪਣੇ ਹੋਟਲ ਤੋਂ ਨਿਕਲਿਆ, ਜਿਹਦੇ ਬਾਅਦ ਹੀ ਲਾਲ ਕਿਲੇ ਤੇ ਪਹੁੰਚਿਆ ਜਿੱਥੇ ਉਦੋਂ ਤੱਕ ਝੰਡਾ ਲਹਿਰਾਇਆ ਗਿਆ ਸੀ। ਸਿੱਧੂ ਦੇ ਇਹਨਾਂ ਬਿਆਨਾਂ ਦਾ ਕੀ ਮਤਲਬ ਨਿਕਲਦਾ ਹੈ ਉਹ ਵੀ ਦੱਸਾਂਗੇ, ਪਰ ਪਹਿਲਾਂ ਜ਼ਰਾ ਐਮਪੀ ਬਿੱਟੂ ਦੀ ਗੱਲ ਸੁਣ ਲਓ ਜੋ ਦੀਪ ਸਿੱਧੂ ਦੇ ਇਸ ਐਫੀਡੇਵਿਟ ਦੇ ਉੱਪਰ ਭੜਕ ਉੱਠੇ ਨੇ। ਵੀ ਮੈਂ ਤਾਂ 12 ਵਜੇ ਤੱਕ ਉੱਥੇ ਸੀ, ਫਿਰ ਮੈਂ ਤਾਂ ਇੱਥੇ ਬਾਅਦ 'ਚ ਮਦਦ ਕਰਨ ਆਇਆ। ਤੁਹਾਨੂੰ ਕਿਹਨੇ ਕਿਹਾ ਸੀ ਪੁਲਿਸ ਦੀ ਮਦਦ ਕਰਨੀ ਜੀ? ਪੁਲਿਸ ਤਾਂ ਲੋਕਾਂ ਨੂੰ ਉਦੋਂ ਕੁੱਟ ਰਹੀ ਸੀ, ਮਾਰ ਰਹੀ ਸੀ, ਆਪਾਂ ਪੁਲਿਸ ਤੋਂ ਮਦਦ ਕਰਕੇ ਕੀ ਲੈਣਾ ਸੀ? ਇਸ ਕਰਕੇ ਇਹ ਗੱਲਾਂ ਜਿਹੜੀਆਂ ਕਿਤੇ ਨਹੀਂ ਕਰਨੀਆਂ ਬਣਦੀਆਂ। ਜਦੋਂ ਸ਼ੇਰਾਂ ਵਾਂਗੂ ਸਵੀਕਾਰ ਕਰੋ ਵੀ ਠੋਕ ਕੇ ਅਸੀਂ ਭਾਈ ਬੈਠੇ ਸੀ ਕਿਸਾਨਾਂ ਦੇ ਲਈ ਅਸੀਂ ਦਿੱਲੀ ਆਏ ਆ। ਦਿੱਲੀ 'ਚ ਅਸੀਂ ਜਿਹੜਾ ਉਹ ਝੰਡਾ ਖਾਲਸੇ ਦਾ ਲਹਿਰਾਇਆ। ਇਹ 'ਚ ਤਾਂ ਕੋਈ ਮਾੜੀ ਗੱਲ ਹੀ ਨਹੀਂ ਕੀਤੀ, ਨਾ ਕਿਸੇ ਪੁਲਿਸ ਨੇ ਕਿਹਾ ਤੁਹਾਨੂੰ ਤੁਸੀਂ ਇਹ ਕੋਈ ਮਾੜੀ ਗੱਲ ਕੀਤੀ ਆ। ਹਾਂ, ਜੇ ਕੋਈ ਬਾਹਰਲੀਆਂ ਤਾਰਾਂ ਜੁੜ ਰਹੀਆਂ ਏ, ਜੇ ਕੋਈ ਬਾਹਰੋਂ ਸਿਗਨਲ ਜੁੜ ਰਹੇ ਆ
ਵੀ ਉਹਨਾਂ ਨੇ ਕਿਸਾਨੀ ਸੰਘਰਸ਼ ਖਰਾਬ ਕਰਾਉਣ ਨੂੰ ਕੁਝ ਕਰਵਾਇਆ ਜਿਹੜੀਆਂ ਬਾਹਰਲੀਆਂ ਏਜੰਸੀਜ਼ ਨੇ, ਫਿਰ ਉਹ ਵੱਖਰੀ ਗੱਲ ਆ। ਤਾਂ ਬਿੱਟੂ ਦੇ ਮੁਤਾਬਕ ਹੋ ਸਕਦਾ ਹੈ ਕਿ ਵਿਦੇਸ਼ੀ ਤਾਕਤਾਂ ਦੇ ਨਾਲ ਮਸਲੇ ਦੇ ਕੋਈ ਤਾਰ ਜੁੜ ਰਹੇ ਹੋਣ, ਇਸ ਲਈ ਦੀਪ ਸਿੱਧੂ ਜਿਹੇ ਯੂ ਟਰਨ ਮਾਰ ਰਹੇ ਨੇ। ਪਰ ਉਹ ਫਿਰ ਵੀ ਸਲਾਹ ਦਿੰਦੇ ਨੇ ਕਿ ਦੀਪ ਸਿੱਧੂ ਆਪਣੀ ਕੀਤੀ ਤੇ ਡਟੇ ਰਹਿਣ। ਜਦਕਿ ਉਧਰ ਦੀਪ ਸਿੱਧੂ ਦੇ ਵੱਲੋਂ ਜੋ ਅਰਜ਼ੀ 'ਚ ਲਿਖਿਆ ਗਿਆ ਹੈ ਉਹ ਵਾਕਈ ਹੈਰਾਨ ਕਰਨ ਵਾਲਾ ਹੈ ਤੇ ਨਾਲ ਹੀ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਜਦੋਂ ਦਿੱਲੀ ਦੇ ਅੰਦਰ ਵੜਨ ਵਾਲੇ ਟਰੈਕਟਰ ਸਵੇਰੇ 8 ਵਜੇ ਨਿਕਲ ਗਏ ਤਾਂ ਦੀਪ ਸਿੱਧੂ 12 ਵਜੇ ਤੱਕ ਮੂਰਥਲ 'ਚ ਕੀ ਕਰ ਰਹੇ ਸਨ। ਜੇ ਟਰੈਕਟਰ ਪਰੇਡ 'ਚ ਸ਼ਾਮਿਲ ਨਹੀਂ ਹੋਏ ਤਾਂ ਇੰਨੀ ਭੀੜ ਵਿੱਚੋਂ ਦੀਪ ਸਿੱਧੂ ਲਾਲ ਕਿਲੇ ਤੇ ਕਿਵੇਂ ਪਹੁੰਚੇ। ਜੇ ਦੀਪ ਸਿੱਧੂ ਵੈਨ ਦਾ ਹਿੱਸਾ ਸੀ ਤਾਂ ਦਿੱਲੀ ਪੁਲਿਸ ਦੀ ਮਦਦ ਕਿਵੇਂ ਕਰਨ ਲੱਗੇ। ਇਹਨਾਂ ਸਵਾਲਾਂ ਦੇ ਜਵਾਬ ਤਾਂ ਖੈਰ ਦੀਪ ਸਿੱਧੂ ਹੀ ਜਾਣਦੇ ਨੇ, ਪਰ ਉਹਨਾਂ ਦੇ ਬਿਆਨ ਨੇ ਸਭ ਨੂੰ ਸ਼ਸ਼ੋ ਪੰਜ ਜ਼ਰੂਰ ਪਾ ਦਿੱਤਾ ਹੈ ਕਿ ਆਖਰਕਾਰ ਖੁੱਲ ਕੇ ਝੰਡਾ ਲਹਿਰਾਉਣ ਦੀ ਸਪੋਰਟ ਕਰਨ ਵਾਲੇ ਸਿੱਧੂ ਹੁਣ ਅਜਿਹੀਆਂ ਗੱਲਾਂ ਕਰਕੇ ਕੀ ਸਾਬਿਤ ਕਰਨਾ ਚਾਹੁੰਦੇ ਨੇ। ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਉੱਤਰ ਪ੍ਰਦੇਸ਼ ਦੇ ਮੇਰਠ 'ਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੇਸ਼ ਦੀ ਮੋਦੀ ਸਰਕਾਰ ਤੇ ਤੰਜ਼ ਕੱਸੇ ਤੇ ਕਿਹਾ ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੀ ਬੀਜੇਪੀ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ। पिछले 100 दिन से लगभग 100 दिन हो गए किसान दिल्ली के अलग अलग बॉर्डरों पर बैठे हैं, अपने परिवार सहित बैठे हैं, बच्चों सहित बैठे हैं। वो -2 डिग्री टेम्परेचर की ठंड में भी बैठे थे। अभी टेम्परेचर बढ़ रहा है, 50-55 तक जाएगा, तब भी बैठे रहेंगे, क्योंकि मैंने पार्लियामेंट में भी कहा था किसान को मौसम से मत डराओ। वो जब पानी देता है अपने खेतों को दिसंबर में तो उसके हाथ पैर नीले हो जाते हैं। उनको ठंड से मत डराओ, उसको गर्मी से मत डराओ। और सबसे बड़ी दुखदायक बात यह है कि उनको टैग कैसे दिए जा रहे हैं मोदी गवर्नमेंट की तरफ से। ये तो देशद्रोही हैं, ये तो माओवादी हैं, ये तो अर्बन नक्सली हैं, ये तो आतंकवादी आ गए। अरे टिकरी बॉर्डर पे, गाजीपुर बॉर्डर पे, सिंगू बॉर्डर पे जितने किसान बैठे हैं उनमें से 80% के बेटे और भतीजे चीन और पाकिस्तान के बॉर्डर पर छाती ताने खड़े हैं देश की रक्षा करने के लिए। क्या आप उनके परिवारों को देशद्रोही बोलते हो? शर्म नहीं आती बीजेपी वालों? आपको शर्म करनी चाहिए इनको। मैं पंजाब की धरती से आया हूं, मैं जलियांवाला बाग की धरती से आया हूं, मैं शहीद आजम भगत सिंह की धरती से आया हूं, मैं शहीद उधम सिंह के शहर से आया हूं और मैं मंगल पांडे की धरती को नमन करने आया हूं, जिसने 1857 में ऐसा गदर खड़ा किया, इस सरकार की जड़ें हिल गई थी। ये महापंचायत भी वही काम करने वाली है, इतिहास अपने आप को दोहराएगा। मैं जब आ रहा था संगरूर से बाया करनाल शामली, मुझे तो कोई फर्क नहीं पता चला। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਰਚਨਾ ਨੂੰ ਦਿਓ ਇਜਾਜ਼ਤ। ਹੋਰ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।